गुरु रूप प्यारी साध संगत जी, वाहिगुरू जी का खालसा, वाहिगुरू जी की फतेह। आत्मक तत्व ਗਿਆਨ ਦੇ ਵਿਸ਼ੇ ਤੇ ਆਪ ਜੀ ਨੂੰ ਗੁਰਬਾਣੀ ਵਿਚਾਰ ਦਾ ਲੇਖ ਸਰਵਣ ਕਰਾ ਰਹੇ ਸੀ। ਪਹਿਲੇ ਭਾਗ ਵਿੱਚ ਪ੍ਰਚਲਿਤ ਬਾਹਰਮੁਖੀ ਧਰਮ ਤੇ ਉਹਨਾਂ ਦੇ ਪ੍ਰਚਾਰ ਅਤੇ ਆਤਮਕ ਗਿਆਨ ਦੇ ਪ੍ਰਚਾਰ ਵਿੱਚ ਕੀ ਫਰਕ ਹੈ ਉਸ ਦਾ ਵਿਸਥਾਰ ਸੀ। ਹੁਣ ਤਤ ਗਿਆਨ ਕਿਵੇਂ ਪ੍ਰਾਪਤ ਹੁੰਦਾ ਹੈ ਤੇ ਸਾਡੇ ਪ੍ਰਬੰਧਕ ਜਿਹੜੇ ਨੇ ਗੁਰਦੁਆਰਿਆਂ ਦੇ, ਸਕੂਲਾਂ ਦੇ ਜਾਂ ਕਾਲਜਾਂ ਦੇ, ਉਹ ਕਿਹੋ ਜਿਹੇ ਹੋਣੇ ਚਾਹੀਦੇ ਹਨ, ਇਸ ਦਾ ਵਿਸਥਾਰ ਇਸ ਭਾਗ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਾਡੀ ਵਿਦਿਅਕ ਪ੍ਰਣਾਲੀ ਵਿੱਚ ਕਈ ਸ਼੍ਰੇਣੀਆਂ ਹਨ: ਪ੍ਰਾਇਮਰੀ, ਮਿਡਲ, ਹਾਈ ਗ੍ਰੈਜੂਏਟ, ਪੋਸਟ ਗ੍ਰੈਜੂਏਟ ਕਲਾਸਾਂ। ਉਸ ਤੋਂ ਉਪਰੰਤ ਕੋਈ ਟਾਵੇਂ ਜਾਂ ਵਿਰਲੇ ਵਿਦਿਆਰਥੀ ਜਿਨ੍ਹਾਂ ਦੀ ਅਤਿਅੰਤ ਤੀਖਣ ਬੁੱਧੀ ਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੀ ਰੁਚੀ ਹੁੰਦੀ ਹੈ, ਉਹ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਦਾਖਲ ਹੁੰਦੇ ਹਨ ਤੇ ਐਸੇ ਕੋਰਸ ਵਿੱਚ ਪਹਾੜੀ ਯਾਦ ਕਰਨੇ ਤੇ ਫਾਰਮੂਲਿਆਂ ਦੇ ਰੱਟੇ ਲਾਉਣੇ ਖਤਮ ਹੋ ਜਾਂਦੇ ਹਨ ਤੇ ਵਿਦਿਆਰਥੀ ਨੂੰ ਕਿਸੇ ਇੱਕ ਵਿਸ਼ੇ ਦੀ ਅੰਤਰੀਵ ਖੋਜ ਖੁਦ ਕਰਨੀ ਪੈਂਦੀ ਹੈ ਤੇ ਵਿਸ਼ੇ ਦੇ ਅੰਤਰੀਵ ਖੋਜ ਬਾਰੇ ਥੀਸਿਸ ਲਿਖਣੀ ਪੈਂਦੀ ਹੈ। ਐਨ ਇਸੇ ਤਰ੍ਹਾਂ ਅਸੀਂ ਮਾਇਕੀ ਧਾਰਮਿਕ ਪ੍ਰਣਾਲੀ ਦੇ ਕਈ ਪੜਾਵਾਂ ਵਿੱਚ ਦੀ ਲੰਘਦੇ ਹਾਂ। ਬਹੁਤ ਸਾਰੇ ਜਗਿਆਸੂ ਤਾਂ ਪਾਠ ਪੂਜਾ ਜਾਂ ਬਾਹਰਲੇ ਮਾਇਕੀ ਧਰਮਾਂ ਦੇ ਕਰਮ ਕਿਰਿਆ ਵਿੱਚ ਸੰਤੁਸ਼ਟ ਹੋ ਜਾਂਦੇ ਹਨ। ਹਾਂਜੀ, ਜਦੋਂ ਅਸੀਂ ਧਾਰਮਿਕ ਪੜਾਵਾਂ ਵਿੱਚੋਂ ਲੰਘਦੇ ਹਾਂ ਤੇ ਕਈ ਜਗਿਆਸੂ ਤਾਂ ਗੁਰਦੁਆਰੇ ਆ ਕੇ ਮੱਥਾ ਟੇਕਿਆ, ਗੁਰਬਾਣੀ ਸੁਣੀ, ਕੀਰਤਨ ਸੁਣਿਆ, ਇੱਥੋਂ ਤੱਕ ਸੰਤੁਸ਼ਟ ਹੋ ਜਾਂਦੇ ਹਨ। ਇਸ ਤੋਂ ਅੱਗੇ ਕਾਲਣਾ ਨਹੀਂ ਕਾਲਦੇ। ਪਰ ਕਈ ਜਗਿਆਸੂ ਆਪਣੇ ਮਨ ਨੂੰ ਇਕਾਗਰ ਕਰਦੇ ਹਨ, ਹੋਰ ਥੋੜੀ ਕਾਲਣਾ ਕਾਲਦੇ ਹਨ, ਪਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਉਹ ਉੱਥੇ ਹੀ ਅਟਕ ਜਾਂਦੇ ਹਨ। ਪਰ ਇਹਨਾਂ ਵਿੱਚੋਂ ਕੋਈ ਵਿਰਲਾ ਸੱਚਾ ਜਗਿਆਸੂ ਜਿਸ ਦੇ ਪਿਛਲੇ ਜਨਮਾਂ ਦੇ ਧਾਰਮਿਕ ਸੰਸਕਾਰ ਹੁੰਦੇ ਹਨ, ਬਾਹਰਲੇ ਕਰਮ ਕਿਰਿਆ ਤੇ ਰਿੱਧੀਆਂ ਸਿੱਧੀਆਂ ਨਾਲ ਉਹਨਾਂ ਦੀ ਨਿਰਮਲ ਆਤਮਾ ਦੀ ਤਸੱਲੀ ਨਹੀਂ ਹੁੰਦੀ ਤੇ ਉਹਨਾਂ ਦੇ ਅੰਤਰਾਤਮੇ ਕਿਸੇ ਉਚੇਰੀ ਆਤਮਿਕ ਮੰਜ਼ਲ ਦੀ ਖਿੱਚ ਦੀ ਤੁਖੀ ਬਣੀ ਰਹਿੰਦੀ ਹੈ ਤੇ ਜਿਉਂ-ਜਿਉਂ ਉਹ ਉੱਚੀ ਸੁੱਚੀ ਸੰਗਤ ਕਰਦੇ ਹਨ, ਉਹਨਾਂ ਦੀ ਆਤਮਿਕ ਭੁੱਖ ਵੱਧਦੀ ਹੋਈ ਅਤ ਤੀਖਣ ਤੇ ਬੇਬਲਤਾ ਤਾਈਂ ਪਹੁੰਚ ਜਾਂਦੀ ਹੈ। ਇਸ ਬੇਬਲਤਾ ਵਾਲੀ ਖੋਜ ਦੇ ਸਿੱਟੇ ਵਜੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਹਾਂਜੀ, ਮਹਾਂਪੁਰਖਾਂ ਦੀ ਸੰਗਤ ਉਹਨਾਂ ਜਗਿਆਸੂਆਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੀ ਨਿਰਮਲ ਆਤਮਾ ਨੂੰ ਇਹ ਬਾਹਰਮੁਖੀ ਕਰਮ ਕਿਰਿਆ ਨਾਲ ਸੰਤੁਸ਼ਟੀ ਨਹੀਂ ਮਿਲਦੀ, ਨਾ ਹੀ ਰਿੱਧੀਆਂ ਸਿੱਧੀਆਂ ਨਾਲ ਸੰਤੁਸ਼ਟੀ ਮਿਲਦੀ ਹੈ, ਬਲਕਿ ਉਹ ਤਤ ਗਿਆਨ ਦੀ ਖੋਜਵਾਦੀ ਭੁੱਖ ਉਹਨਾਂ ਦੇ ਅੰਦਰ ਹੁੰਦੀ ਹੈ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਸੰਤ ਕੀ ਧੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਕਾ ਦਰਸ ਪੂਰਨ ਇਸ਼ਨਾਨ, ਸੰਤ ਕਿਰਪਾ ਤੇ ਜਪਿਐ ਨਾਮ। ਜਪ ਮਨ ਰਾਮ ਨਾਮ ਪ੍ਰਗਾਸ, ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿਚੇ ਗ੍ਰਹਿ ਉਦਾਸ। ਜਿਸ ਤਰ੍ਹਾਂ ਕਿ ਪਿੱਛੇ ਦਰਸਾਇਆ ਗਿਆ ਹੈ ਕਿ ਤ੍ਰੈ ਗੁਣੀ ਮਾਇਕੀ ਮੰਡਲ ਅੰਦਰ ਸਾਡੇ ਧਰਮ ਅਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ ਸਭ ਹਉਮੈ ਦੇ ਦਾਇਰੇ ਵਿੱਚ ਦਿਮਾਗੀ ਗਿਆਨ ਤੇ ਆਧਾਰਿਤ ਹਨ। ਇਸ ਅਵਸਥਾ ਨੂੰ ਸਕੂਲ ਕਾਲਜ ਦੀ ਵਿਦਿਆ ਪ੍ਰਣਾਲੀ ਨਾਲ ਸੰਕੇਤਿਤ ਕੀਤਾ ਜਾ ਸਕਦਾ ਹੈ। ਪਿਛਲੀਆਂ ਜਨਮਾਂ ਦੀ ਕਮਾਈ ਵਾਲੀਆਂ ਵਿਰਲੀਆਂ ਉੱਤਮ ਨਿਰਮਲ ਰੂਹਾਂ ਦੀ ਅਵਸਥਾ ਵਿਲੱਖਣ ਹੈ ਤੇ ਇਹਨਾਂ ਲਈ ਧਰਮ ਦਾ ਗਿਆਨ ਤੇ ਧਰਮ ਪ੍ਰਚਾਰ ਵੀ ਹੋਰਵੇਂ ਹੈ। ਜਿਸ ਤਰ੍ਹਾਂ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਬਾਹਰਲੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੇ ਉਸ ਦੇ ਥੀਸਿਸ ਲਈ ਆਪਣੀ ਅੰਦਰਲੀ ਖੋਜ ਦੁਆਰਾ ਕਿਸੇ ਵਿਸ਼ੇ ਦੇ ਖਾਸ ਪਹਿਲੂ ਨੂੰ ਪ੍ਰਗਟਾਉਣਾ ਹੁੰਦਾ ਹੈ, ਇਸੇ ਤਰ੍ਹਾਂ ਜਦ ਇਹ ਨਿਰਮਲ ਰੂਹਾਂ ਬਾਹਰਲੇ ਦਿਮਾਗੀ ਗਿਆਨ ਤੋਂ ਸੰਤੁਸ਼ਟ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਅੰਤਰਾਤਮੇ ਕਿਸੇ ਉਚੇਰੀ ਸੁਚੇਰੀ ਇਲਾਹੀ ਭੁੱਖ, ਪਿਆਸ ਤੇ ਕਾਂਖੀ ਲੱਗ ਜਾਂਦੀ ਹੈ ਤੇ ਫਿਰ ਉਹ ਆਪਣੇ ਅੰਤਰਾਤਮੇ ਸਿਮਰਨ ਦੁਆਰਾ ਖੋਜ ਕਰਦੇ ਹਨ। ਇਸ ਵਿਲੱਖਣ ਅੰਤਰਾਤਮੇ ਖੋਜ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਹੀ ਅਗਵਾਈ ਅਤੇ ਸਹਾਇਤਾ ਕਰ ਸਕਦੇ ਹਨ। ਇਹ ਅੰਤਰਮੁਖੀ ਡੂੰਗੀ ਖੋਜ ਆਤਮਿਕ ਤਤ ਜੋਗ ਕੇ ਬੇਤੇ ਤੋਂ ਬਿਨਾਂ ਸੰਭਵ ਨਹੀਂ। ਜੇ ਕੋਈ ਚਾਹੇ ਕਿ ਅੰਤਰਮੁਖੀ ਇਹ ਸਿਮਰਨ ਦੀ ਖੋਜ ਮੈਂ ਆਪਣੇ ਆਪ ਕਰ ਲਵਾਂ, ਨਾਮੁਮਕਿਨ ਹੈ। ਇਹ ਤਾਂ ਉਹ ਗੁਰਮੁਖ ਪਿਆਰੇ ਆਤਮਿਕ ਤਤ ਜੋਗ ਕੇ ਬੇਤੇ ਹੀ ਇਸ ਖੋਜ ਵਿੱਚ ਸਹਾਇਤਾ ਕਰ ਸਕਦੇ ਹਨ, ਕਿਉਂਕਿ ਉਹਨਾਂ ਨੂੰ ਇਹ ਸਾਰੇ ਮਾਰਗ ਦਾ ਨਿੱਜੀ ਤਜਰਬਾ ਹੁੰਦਾ ਹੈ।
ਸੋ ਇੱਥੇ ਤ੍ਰੈ ਗੁਣੀ ਦਿਮਾਗੀ ਗਿਆਨੀਆਂ ਦੀਆਂ ਵਿਦਿਅਕ ਡਿਗਰੀਆਂ ਦੀ ਕੋਈ ਪਹੁੰਚ ਨਹੀਂ। ਜਿਵੇਂ ਕਿ ਗੁਰਬਾਣੀ ਵਿੱਚ ਫਰਮਾਨ ਹੈ, ਜਿਨੀ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ। सब धर्म फोकट जान, सब कर्म निष्फल मान, बिन एक नाम आधार, सब कर्म परम विचार। हाँ हाँ करते कर्म रता को पार अफार, प्रीत नहीं जो नाम स्यों तव एवं कर्म विकार। समुंद विरोल शरीर हम देखिया, एक वस्त अनूप दिखाई। सब किछ कर्म है, बाहर नाही, बाहर टोलै सो परम पुलाई। अनहद बाणी पूंजी, संतन हथ राखी पूंजी। संता संगत मिल रहे तां सच लगे प्यार। कर्म धर्म ए तत ज्ञान, साध संग जपिए हर नाम। साडा ए बारला ज्ञान साडी बुद्धि ते विकास तक सीमित है। इंसान की ग्रहण शक्ति बेअंत है, पर मजे की गल यह है कि साडी ए बुद्धि अपने आप विच कोई शक्ति नहीं रखती। इसनूं शक्ति भी इलाही बुद्धि दे अक्स तो प्राप्त होंदी है। पर साडा सारा जोर पदार्थक खोज वाल लग रहा है अते असी अपने केंद्र तो बिल्कुल अणजाण जां अवेसले होई जा रहे हां, जिस कारण असी उच्चे सुच्चे सुखदाई असल इलाही आत्म ज्ञान तो वांझे होंदे जा रहे हां। साडा दिमागी ज्ञान ज्यादा तो ज्यादा आत्मक दायरे दे बाहरले वेड़े ताईं सानू पहुंचा सकदा है, उस तो अगे नहीं। सिर्फ अनुभव द्वारा ही आत्मक प्रकाश दे चलकारे वज सकदे हन। सो आत्मक ज्ञान ही पूर्ण तत् ज्ञान है, जिस दे अक्स ते रोशनी नाल ही साडी बुद्धि नूं शक्ति मिलती है। ये तत् ज्ञान और सारे ज्ञानां दी मां है। इसे तत् ज्ञान की प्राप्ति लई खोज करन दी लोड़ है ते इस तो ही और पदार्थक ज्ञानां नूं रोशनी मिलती है। पर ये जिहड़ा बारमुखी ज्ञान है, ये साडी हौमे दे उदाले घुमदा है। साडे ख्यालां विच हौमे दी रंगत होण करके द्वैत दा टाकरा होंदा रहिंदा है ते साडा जीवन रुखा सुखा ईर्खा द्वैत वैर विरोध काम क्रोध हंकार आदि नीवें अवगुणां दे चिकड़ विच गलतान है। इस दे उल्ट जे असी अंतर्मुखी आत्मक ज्ञान दा विकास करिए तां साडी बुद्धि नूं आत्मक रंगत चढ़ेगी अते हिरदे विच दैवी गुण प्रवेश होणगे, जिस नाल असी शांत ते सुखी जीवन बतीत कर सकांगे। हाँ जी, जे दिमागी ज्ञान आ भी गया तो जीवन तो बदलिया नहीं, वही ईर्खा द्वैत सुक्या सड़िया जीवन। पर जे असी अपने अंतरात्म में आत्मक ज्ञान का विकास करिए तो की होएगा कि साडे मन नूं आत्मक रंगत चढ़ेगी ते साडे हिरदे विच सारे दैवी गुण प्रवेश हो जाणगे, जिस नाल असी शांत अते सुखी जीवन बतीत करांगे। सो ये बाहरली जिहड़ा ज्ञान है असी अपनियां इंद्रियां द्वारा बाहरों असर लैंदे हां, जिवें कि देख के या सुन के या कोई पढ़ के सोच के बाहरले असर कबूलते हैं। ये बाहरला ज्ञान सानू सिर्फ मायकी दुनिया त्रै गुणा के दायरे तक ही सीमित रखता है। त्रै गुणा विच असी बेअंत अखरी ते विज्ञानक विद्या के विकास ते खोज विच रुझे हाँ ते अंतर्मुखी आत्मक विद्या तो बिल्कुल कोरे जां अवेसले हो रहे हैं। इसे करके साडा जीवन दुखदाई ते अशांत हो रहा है। इस वेले सानू ऐसी आत्मक संगत की अत्यंत लोड़ है जिस विच सानू अंतर्मुखी आत्मक ज्ञान प्रदान किया जाए। ध्यान देना जी, इस वेले सानू ऐसी आत्मक संगत की बेअंत अत्यंत लोड़ है जिस विच सानू अंतर्मुखी आत्मक ज्ञान प्रदान किया जाए। ये अंतर्मुखी आत्मक ज्ञान प्रदान करने वाले अध्यापक सिर्फ आत्मक जीवन वाले गुरमुख संत महापुरख ही हो सकते हैं, पर आत्मक तत्व ज्ञान दे बेटे विरले ही हैं। ऐसे गुरुद्वारे ऐसी धर्मशाला नूं गुरबाणी अनुसार साध संगत जां सत्संगत किया गया है जिथे सही अर्थां विच आत्मक जीवन ढालिया जाए ते आत्मक ज्ञान प्रदान होवे। इस वेले आत्मक ज्ञान दे जीवन वाले संतां महापुरखां दा काल है। जो दिमागी ज्ञान असी बाहरों पढ़ सुन के समझ के प्राप्त किया है वो ओपरा अधूरा ते उदारा है। असली ज्ञान तो वह है जो साड़ी आत्मा विचों सफुटत होवे, अपने आप प्रगटे, जिसनों तत् ज्ञान कहते हैं। अंतर्मुखी अनुभवी तत् ज्ञान तो कोरे प्रचारक कितों दो चार गुरबाणी दियां तुकां जां साखियां याद करके अपनी तीखण बुद्धि नाल उक्तियां जुक्तियां द्वारा जनता नूं भुलेखियां विच पाई रखते हैं। नतीजे वजों भोली जनता अते जग्यासू भंबल पूसियां विच पै के गुरमत दे सही अते सच्चे सुच्चे मार्ग तो दुरेड़े चले जा रहे हैं। ये ओपरा अधूरा उदारा जां झूठा दिमागी ज्ञान वक्तियां अते सरोतियां दोवां नूं भुलेखे विच पाई रखता है। ध्यान देना जी,
ਇਹ ਜਿਹੜੀਆਂ 2-4 ਅਸੀਂ ਕਿਤਾਬਾਂ ਪੜ੍ਹ ਕੇ ਗਿਆਨ ਇਕੱਠਾ ਕਰਕੇ ਦੂਜਿਆਂ ਨੂੰ ਸੁਣਾਉਂਦੇ ਫਿਰਦੇ ਹਾਂ, ਇਹ ਆਪਣਾ ਗਿਆਨ ਤਾਂ ਹੁੰਦਾ ਨਹੀਂ, ਉਦਾਰਾ ਤੇ ਝੂਠਾ ਗਿਆਨ ਹੈ। ਇਸ ਨਾਲ ਜਗਿਆਸੂ ਭੰਬਲ ਪੂਸੇ ਵਿੱਚ ਪੈ ਜਾਂਦੇ ਹਨ ਤੇ ਇਹੋ ਜਿਹਾ ਗਿਆਨ ਵਕਤਿਆਂ ਨੂੰ ਜਿਹੜਾ ਸੁਣਾ ਰਿਹਾ ਉਹ ਵੀ ਭਰਮ ਭੁਲੇਖੇ ਵਿੱਚ ਹੈ, ਸਮਝਦਾ ਮੈਂ ਕਿਸੇ ਅਵਸਥਾ ਵਿੱਚ ਹਾਂ, ਤੇ ਜਿਹੜਾ ਸੁਣ ਰਿਹਾ ਹੈ ਸਰੋਤੇ ਉਹ ਵੀ ਭੁਲੇਖੇ ਵਿੱਚ। ਇਹ ਗਿਆਨ ਦੋਨਾਂ ਨੂੰ ਭੁਲੇਖਿਆਂ ਵਿੱਚ ਪਾਈ ਰੱਖਦਾ ਹੈ। ਸੋ ਗੁਰਬਾਣੀ ਤੋਰੋਂ ਅਨੁਭਵੀ ਦੇਸ਼ ਆਤਮਿਕ ਤਤ ਗਿਆਨ ਦੀ ਪ੍ਰਕਾਸ਼ ਰੂਪੀ ਬੋਲੀ ਹੈ ਤੇ ਸਾਡੀ ਬੁੱਧੀ ਦੀ ਸਮਝ ਤੋਂ ਅਤੇ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਿਕ ਗਿਆਨ ਸਿਰਫ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਅਟੁੱਟ ਅਭਿਆਸ ਕਰਨ ਨਾਲ ਆਤਮਿਕ ਸੋਮੇ ਵਿੱਚੋਂ ਹੀ ਸਫੁੱਟਤ ਹੋ ਸਕਦਾ ਹੈ। ਕਿਤਾਬਾਂ ਨਾਲ ਥੋੜੀ ਮਿਲੇਗਾ ਇਹ ਗਿਆਨ। ਕਿੱਥੋਂ ਪ੍ਰਾਪਤ ਹੋਵੇਗਾ? ਸਾਧ ਸੰਗਤ ਵਿੱਚੋਂ। ਕਿਹਨਾਂ ਦੀ ਸੰਗਤ ਵਿੱਚੋਂ? ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚੋਂ। ਕਿਵੇਂ? ਅੰਤਰਮੁਖੀ ਹੋ ਕੇ। ਅੰਤਰਮੁਖੀ ਹੋ ਕੇ ਅਟੁੱਟ ਸਿਮਰਨ ਕਰਨਾ, ਲਗਾਤਾਰ ਸਵਾਸ ਜਿਉਂ ਅਸੀਂ ਉਹਨਾਂ ਦੀ ਸੰਗਤ ਵਿੱਚ ਆ ਕੇ ਕਰਮ ਕਰਾਂਗੇ, ਮਨ ਦੇ ਰੁਖ ਨੂੰ ਅੰਦਰ ਮੋੜ ਕੇ ਸਵਾਸ ਸਿਮਰਨ ਕਰਾਂਗੇ, ਇਹ ਤਤ ਗਿਆਨ ਜਿਸ ਦੀ ਮਹਾਨਤਾ ਗੁਰਬਾਣੀ ਵਿੱਚ ਦਰਸਾਈ ਗਈ ਹੈ ਸਾਡੀ ਆਤਮਾ ਵਿੱਚੋਂ ਆਪਣੇ ਆਪ ਸਫੁੱਟਿਤ ਹੋਵੇਗਾ। ਸੋ ਜਿੰਨਾ ਚਿਰ ਅੰਤਰਮੁਖੀ ਆਤਮਿਕ ਖੋਜ ਦੁਆਰਾ ਅਨੁਭਵੀ ਪ੍ਰਕਾਸ਼ ਨਹੀਂ ਆਉਂਦਾ, ਅਸੀਂ ਗੁਰਬਾਣੀ ਦੇ ਸੱਚੇ ਸੁੱਚੇ ਤੇ ਅਸਲੀ ਪੂਰਨ ਤਤ ਗਿਆਨ ਦਾ ਪੂਰਾ ਲਾਭ ਨਹੀਂ ਲੈ ਸਕਦੇ। ਪੁਰਾਣੇ ਜ਼ਮਾਨੇ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਅਤੇ ਮਹਾਂਪੁਰਖਾਂ ਦੇ ਧਰਮ ਅਸਥਾਨ ਅਤੇ ਧਰਮਸ਼ਾਲਾ ਸਹੀ ਅਰਥਾਂ ਵਿੱਚ ਗੁਰਮਤਿ ਦੇ ਕਾਲਜ ਹੁੰਦੇ ਸਨ, ਕਿਉਂਕਿ ਇਹਨਾਂ ਵਿੱਚ ਜਗਿਆਸੂਆਂ ਦਾ ਜੀਵਨ ਮਹਾਂਪੁਰਖਾਂ ਦੀ ਅਗਵਾਈ ਹੇਠ ਗੁਰਬਾਣੀ ਅਨੁਸਾਰ ਢਾਲਿਆ ਜਾਂਦਾ ਸੀ। ਉਥੋਂ ਧਾਰਮਿਕ ਗਿਆਨੀ ਜਾਂ ਗ੍ਰੈਜੂਏਟਾਂ ਦੀ ਥਾਂ ਭਾਈ ਸਾਹਿਬ ਤੇ ਸੰਤ ਜਾਂ ਮਹਾਂਪੁਰਖ ਬਣ ਕੇ ਨਿਕਲਦੇ ਸਨ ਤੇ ਅੱਗੋਂ ਆਪਣੇ ਉੱਚੇ ਸੁੱਚੇ ਆਤਮਿਕ ਜੀਵਨ ਦੀ ਛੋਹ ਨਾਲ ਅਨੇਕਾਂ ਜਗਿਆਸੂਆਂ ਦੇ ਜੀਵਨ ਬਦਲ ਕੇ ਜੀਵਨ ਤਤ ਗਿਆਨ ਪ੍ਰਦਾਨ ਕਰਦੇ ਸਨ। ਆਪ ਪਹਿਲੇ ਗੁਰਮੁਖ ਬਣਦੇ ਸਨ ਮਹਾਂਪੁਰਖਾਂ ਦੀ ਅਗਵਾਈ ਹੇਠ, ਫਿਰ ਆਪਣੇ ਆਤਮਿਕ ਗਿਆਨ ਦੀ ਛੋਹ ਨਾਲ ਹੋਰਨਾਂ ਜਗਿਆਸੂਆਂ ਨੂੰ ਤਤ ਗਿਆਨ ਪ੍ਰਦਾਨ ਕਰਦੇ ਸਨ। ਸੋ ਜਿੰਨਾ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਲਜਾਂ ਦੇ ਪ੍ਰਬੰਧਕ ਅਤੇ ਅਧਿਆਪਕ ਦਿਮਾਗੀ ਗਿਆਨ ਦੀ ਡਿਗਰੀਆਂ ਦੀ ਥਾਂ ਆਤਮਿਕ ਤਤ ਗਿਆਨ ਦੇ ਪ੍ਰਕਾਸ਼ ਵਿੱਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨਹੀਂ ਆਉਂਦੇ, ਗੁਰਬਾਣੀ ਅਤੇ ਗੁਰਮਤਿ ਦੀ ਪੜ੍ਹਾਈ ਅਤੇ ਖੋਜ ਓਪਰੀ, ਅਧੂਰੀ ਤੇ ਫੋਕਟ ਰਹੇਗੀ। ਹਾਂਜੀ, ਇਹ ਉਦੇਸ਼ ਹੈ ਇਸ ਲੇਖ ਦਾ ਸਾਡੇ ਵਾਸਤੇ ਕਿ ਜਿੰਨਾ ਚਿਰ ਧਰਮ ਅਸਥਾਨਾਂ ਦੇ ਪ੍ਰਬੰਧਕ, ਚਾਹੇ ਉਹ ਪ੍ਰਬੰਧ ਕਰਨ ਵਾਲੇ ਹਨ, ਚਾਹੇ ਹੋਰ ਤਰ੍ਹਾਂ ਦੇ ਸੇਵਾਦਾਰ ਹਨ, ਚਾਹੇ ਕਥਾ ਕਰਨ ਵਾਲੇ ਹਨ, ਚਾਹੇ ਕੀਰਤਨ ਕਰਨ ਵਾਲੇ, ਜਾਂ ਚਾਹੇ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਹਨ, ਪ੍ਰਿੰਸੀਪਲ ਹਨ, ਇਹ ਸਾਰੇ ਜਦ ਤੱਕ ਪਹਿਲੇ ਆਪ ਆਪਣੇ ਅੰਦਰ ਸਿਮਰਨ ਦੁਆਰਾ ਖੋਜ ਕਰਕੇ ਤਤ ਗਿਆਨ ਦਾ ਪ੍ਰਕਾਸ਼ ਕਰਕੇ ਆਪ ਗੁਰਮੁਖ ਅਵਸਥਾ ਤੇ ਨਹੀਂ ਅਪੜਦੇ, ਤਦ ਤੱਕ ਇਹ ਸਾਡਾ ਸਾਰੀ ਪ੍ਰਚਾਰ ਪੜ੍ਹਾਈ ਵਗੈਰਾ ਸਭ ਅਧੂਰੀ ਤੇ ਫੋਕਟ ਰਹੇਗੀ। ਗੁਰਮਤਿ ਦੀ ਸਹੀ ਪ੍ਰਚਾਰ ਨਹੀਂ ਹੋ ਸਕਦਾ। ਸੋ ਫਿਰ ਦੁਹਰਾ ਦਈਏ ਕਿ ਜਿੰਨਾ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਲਜਾਂ ਦੇ ਪ੍ਰਬੰਧਕ ਅਤੇ ਅਧਿਆਪਕ ਦਿਮਾਗੀ ਗਿਆਨ ਦੀਆਂ ਡਿਗਰੀਆਂ ਦੀ ਥਾਂ ਆਤਮਿਕ ਗਿਆਨ ਦੇ ਪ੍ਰਕਾਸ਼ ਵਿੱਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨਹੀਂ ਆਉਂਦੇ, ਗੁਰਬਾਣੀ ਅਤੇ ਗੁਰਮਤਿ ਦੀ ਪੜ੍ਹਾਈ ਅਤੇ ਖੋਜ ਓਪਰੀ, ਅਧੂਰੀ ਤੇ ਫੋਕਟ ਰਹੇਗੀ। ਗੁਰਬਾਣੀ ਵਿੱਚ ਇਸ ਅੰਤਰਮੁਖੀ ਖੋਜ ਨੂੰ ਵਿਚਾਰਨ, ਬੁੱਝਣਾ, ਜਾਣਨਾ, ਚੀਨਣਾ, ਸਿੱਝਣਾ, ਖੋਜਣਾ ਦੱਸਿਆ ਗਿਆ ਹੈ, ਜੋ ਕਿ ਅਨੁਭਵੀ ਖੇਲ ਹੈ, ਨਾ ਕਿ ਦਿਮਾਗੀ ਕਰਤੱਵ। ਇਹ ਤਾਂ ਕਮਾਈ ਕਰਾਂਗੇ ਤਾਂ ਹੀ ਕੁਝ ਪ੍ਰਾਪਤ ਹੋਵੇਗਾ। ਗੁਰਬਾਣੀ ਦੇ ਤਤ ਅਨੁਭਵੀ ਗਿਆਨ ਤੋਂ ਅਣਜਾਣੇ ਹੋਣ ਕਾਰਨ ਜਿਸ ਆਤਮਿਕ ਅਗਿਆਨਤਾ ਦੇ ਹਨੇਰ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਨੇ ਮੁਕਤ ਕਰਾਇਆ ਸੀ, ਉਸੇ ਅਗਿਆਨਤਾ ਦੇ ਹਨੇਰੇ ਵਿੱਚ ਅਸੀਂ ਮੁੜ ਕੇ ਫਸ ਗਏ ਹਾਂ। ਗੁਰਬਾਣੀ ਤੋਰੋਂ ਆਤਮਿਕ ਮੰਡਲ ਤੋਂ ਆਈ ਹੈ ਤੇ ਇਸ ਵਿੱਚ ਆਤਮਿਕ ਪ੍ਰਕਾਸ਼ਮਈ ਇਲਾਹੀ ਤਤ ਗਿਆਨ ਭਰਪੂਰ ਹੈ। ਇਸ ਗੁਰਬਾਣੀ ਵਿੱਚ ਵੀ ਜਿਸ ਤਰ੍ਹਾਂ ਦੁਨੀਆ ਵਿੱਚ ਸਾਨੂੰ ਸੂਰਜ ਤੋਂ ਧੁੱਪ ਰੂਪੀ ਪ੍ਰਕਾਸ਼ ਮਿਲ ਰਿਹਾ ਹੈ, ਇਸੇ ਤਰ੍ਹਾਂ ਆਤਮਿਕ ਪ੍ਰਕਾਸ਼ ਰੂਪੀ ਤਤ ਗਿਆਨ ਸਾਰੇ ਵਿਸ਼ਵ ਲਈ ਆਤਮਿਕ ਚਾਨਣ ਰੂਪੀ ਗਿਆਨ ਹੈ, ਜੋ ਗੁਰੂ ਸਾਹਿਬਾਨ ਦੀ ਅਪਾਰ ਬਖਸ਼ਿਸ਼ ਦੁਆਰਾ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲਿਆ ਹੈ। ਇਹ ਇੱਕੋ ਇੱਕ ਸਰਬ ਰੋਗ ਕਾ ਔਖਦ ਨਾਮ ਹੈ, ਜੋ ਸਾਨੂੰ ਗੁਰੂ ਸਾਹਿਬਾਨ ਨੇ ਸੰਸਾਰ ਦੇ ਸਾਰੇ ਸਰੀਰਕ, ਮਾਨਸਿਕ, ਆਤਮਿਕ ਰੋਗਾਂ ਨੂੰ ਦੂਰ ਕਰਨ ਲਈ ਅਮਾਨਤ ਵਜੋਂ ਦਿੱਤਾ ਸੀ। ਹਾਂਜੀ, ਇਹ ਨਾਮ, ਇਹ ਤਤ ਗਿਆਨ ਇਹ ਕਿਉਂ ਪ੍ਰਦਾਨ ਕੀਤਾ ਸੀ ਕਿ ਅਸੀਂ ਸਾਰੀ ਸ੍ਰਿਸ਼ਟੀ ਦੇ ਸਰੀਰਕ, ਮਾਨਸਿਕ ਤੇ ਆਤਮਿਕ ਰੋਗਾਂ ਨੂੰ ਦੂਰ ਕਰੀਏ ਇਸ ਨਾਲ। ਪਰ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਸਰਬ ਰੋਗ ਕਾ ਔਖਦ ਨਾਮ ਅਸੀਂ ਆਪ ਵੀ ਨਹੀਂ ਵਰਤਿਆ ਤੇ ਨਾ ਹੀ ਸੰਸਾਰ ਨੂੰ ਵਰਤਾਇਆ ਹੈ। ਇਸ ਦੇ ਉਲਟ ਇਸ ਮਹਾਨ ਇਲਾਹੀ ਦਾਤ ਨੂੰ ਆਪਣੀ ਮਾਇਕੀ ਸਵਾਰਥ ਲਈ ਵਰਤ ਕੇ ਉਲਟਾ ਪਾਪ ਕਮਾ ਰਹੇ ਹਾਂ।
ਗੁਰਬਾਣੀ ਤੋਂ ਭਾਵ ਹੈ ਕਿ ਪ੍ਰਾਪਤ ਤਾਂ ਇਸ ਤੋਂ ਤਤ ਗਿਆਨ ਕਰਨਾ ਸੀ, ਪਰ ਕੀਤਾ ਕਿ ਇਸ ਮਹਾਨ ਇਲਾਹੀ ਦਾਤ ਨੂੰ ਆਪਣੀ ਮਾਇਕੀ ਸਵਾਰਥ ਲਈ ਵਰਤ ਕੇ ਉਲਟਾ ਪਾਪ ਕਮਾ ਰਹੇ ਹਾਂ। ਇਸੇ ਕਰਕੇ ਇਸ ਦੀਰਘ ਤੇ ਮਹਾਨ ਭੁੱਲ ਦੀ ਸਜ਼ਾ ਵਿੱਚੋਂ ਸਾਡੀ ਵਰਤਮਾਨ ਦੁਖਦਾਈ ਤੇ ਹਾਸੋਹੀਣੀ ਅਦੋਗਤੀ ਹੋ ਰਹੀ ਹੈ। ਇਹ ਵਿਸ਼ਾ ਅੱਜ ਸਿੱਖ ਪੰਥ ਦੇ ਸਮੂਹ ਗਿਆਨੀਆਂ, ਵਿਦਵਾਨਾਂ, ਧਾਰਮਿਕ ਲੀਡਰਾਂ ਦੇ ਖਾਸ ਧਿਆਨ ਤੇ ਦੀਰਘ ਵਿਚਾਰ ਗੋਚਰਾ ਹੈ। ਜਿਸ ਤਰ੍ਹਾਂ ਪਿਆਰ ਪੜ੍ਹਿਆ ਜਾਂ ਸਿਖਾਇਆ ਨਹੀਂ ਜਾ ਸਕਦਾ, ਸਿਰਫ ਛੂਹ ਨਾਲ ਹੀ ਸਫੁੱਟਤ ਹੁੰਦਾ ਹੈ, ਇਸੇ ਤਰ੍ਹਾਂ ਆਤਮਿਕ ਤਤ ਗਿਆਨ ਦੀ ਵੀ ਤਤ ਗਿਆਨ ਦੇ ਬੇਤੇ ਗੁਰਮੁਖ ਜਨਾਂ ਦੀ ਅਨੁਭਵੀ ਛੂਹ ਨਾਲ ਹੀ ਆਤਮਿਕ ਜਾਗ ਲੱਗ ਸਕਦੀ ਹੈ ਤੇ ਆਤਮਿਕ ਚਲਕਾਰੇ ਵੱਜ ਸਕਦੇ ਹਨ। ਇਸ ਦੀ ਬਾਬਤ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗਿਆ ਪ੍ਰਭ ਰੰਗ। ਸੋ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤਾਂ ਨੂੰ ਵਿਸ਼ੇਸ਼ਤਾ ਦੇਣੀ ਚਾਹੀਦੀ ਹੈ, ਇੱਥੇ ਆਉਣਾ ਚਾਹੀਦਾ ਹੈ ਤੇ ਆ ਕੇ ਅੰਤਰਮੁਖੀ ਖੋਜ ਕਰਨੀ ਚਾਹੀਦੀ ਹੈ। ਤਾਂ ਹੀ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਕਮਾ ਕੇ ਸਹੀ ਮਾਇਨਿਆਂ ਵਿੱਚ ਗੁਰੂ ਵਾਲੇ ਬਣ ਸਕਾਂਗੇ ਤੇ ਫਿਰ ਉਹ ਗਿਆਨ ਸੰਸਾਰ ਵਿੱਚ ਪ੍ਰਦਾਨ ਕਰਕੇ ਸੰਸਾਰ ਨੂੰ ਵੀ ਠੰਡ ਵਰਤਾਈਏ। ਪਰ ਸ਼ੁਰੂਆਤ ਕਿੱਥੋਂ ਹੋਏਗੀ? ਸਾਧ ਸੰਗਤ ਤੋਂ। ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗਿਆ ਪ੍ਰਭ ਰੰਗ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਪੂਰਬ ਕਰਮ ਅੰकुर जब प्रगटे पेटियो पुरख रसक बैरागी मिटियो अंधेर मिलत हर नानक जन्म जन्म की सोई जागी। संतन पे आप उदाहरण आयो रहा दर्शन पेटत होत पुनीता हर मंत्र दृढ़ाया। काटे रोग भये मन निर्मल हर हर औखद खायो। अस्थित भये बसे सुखताना बौर न कथू तायो। संत प्रसाद तरे कुल लोगा नानक लिपत न मायो। हाँ जी, संत प्रसाद तरे कुल लोका नानक लिपत न माए। साध के संग नहीं किचकाल दर्शन पेटत होत नियाल। कर्म धर्म ए तत ज्ञान साध संग जपिए हर नाम। गुरबाणी विचार लेख नंबर 14 धर्म प्रचार भाग चौथा। गुरु रू प्यारी साध संगत जी, धर्म प्रचार का जिहड़ा विषय है ये सिख पंथ लई बहुत जरूरी है। गुरमुख प्यारियां ने अपनी आत्मक अनुभव विचों 9 ਲੇਖ ਧਰਮ ਪ੍ਰਚਾਰ ਦੀ ਲੜੀ ਤੇ ਲਿਖੇ ਹਨ, ਜਿਨ੍ਹਾਂ ਨੂੰ ਚਾਹੀਦੇ ਹੋਣ ਬਾਰ ਸਟਾਲ ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਸਾਰੀਆਂ ਲਿਖਤਾਂ ਗੁਰਬਾਣੀ ਦੇ ਆਧਾਰ ਤੇ ਲਿਖੀਆਂ ਗਈਆਂ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।